चैनल देखने वाले सारे दर्शकों का स्वागत है। तो दर्शकों अज असी गलबात करांगे किसानी संघर्ष नूं लैके जिहड़ा दिल्ली दे बार्डरां दे उत्ते जिहड़ा काफ़ी एक साल दा लगभग समा हो चुका है ते किसानी संघर्ष है जिहड़ा ओह चल रहा ते इहदे उत्ते गलबात करन दे लई मेरे नाल मौजूद ने यूनाइटेड किसान फ्रंट जम्मू कश्मीर दे चेयरमैन सरदार मोहिंदर सिंह खालसा। तो बहुत बहुत स्वागत है, तुसीं अपने कीमती रुझेवियां दे विचों समा कढिया साडे नाल गलबात करन दे लई। तो जिहड़ा किसानी संघर्ष है गल करिए अज असीं गल करांगे किसानी संघर्ष नूं, क्योंकि किसानी संघर्ष दे नाल तुसीं जुड़े हो, उस संघर्ष दे नाल जुड़न दे नाल तुहाडे नाल काफ़ी ज़्यादा कुछ जिहड़ा जुड़ गया हैगा वा। ਤਾਂ ਉਹ ਕੀ ਕੁਝ ਰਿਹਾ ਉਹਦੇ ਉੱਪਰ ਗੱਲ ਕਰਾਂਗੇ, ਕਿਉਂਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਸਾਰਾ ਜਿਹੜਾ ਸੰਸਾਰ ਆ ਪੂਰਾ ਜੰਮੂ ਕਸ਼ਮੀਰ, ਚਾਹੇ ਜੰਮੂ ਕਸ਼ਮੀਰ ਦੇ ਬਾਹਰ ਪੰਜਾਬ, ਹਰਿਆਣਾ, ਬਿਹਾਰ, ਗੁਜਰਾਤ, ਰਾਜਸਥਾਨ, ਬਾਕੀ ਰਾਜਾਂ ਦੀ ਗੱਲ ਕਰ ਲਈਏ ਤਾਂ ਸਾਰੇ ਕਿਤੇ ਜਿਹੜੀਆਂ ਕਿਸਾਨੀ ਸੰਘਰਸ਼ ਦੀਆਂ ਗੂੰਜਾਂ ਇਸ ਸਮੇਂ ਪੈ ਰਹੀਆਂ ਨੇ, ਕਿਉਂਕਿ 3 ਖੇਤੀ ਕਾਨੂੰਨ ਆ ਜਿਹੜੇ ਲਾਗੂ ਕੀਤੇ ਗਏ ਨੇ ਔਰ ਕਿਸਾਨਾਂ ਦੀ ਜਿਹੜੀ ਇਹ ਮੰਗ ਹੈ ਕਿ ਉਹਨਾਂ ਨੂੰ ਜਿਹੜੇ ਕਾਨੂੰਨ ਆ ਖੇਤੀ ਆਰਡੀਨੈਂਸ ਜਿਹੜੇ 3 ਪਾਸ ਕੀਤੇ ਗਏ ਉਹਨਾਂ ਨੂੰ ਨਹੀਂ ਚਾਹੀਦੇ। ਉਹਨਾਂ ਦੇ ਜਿੱਦਾਂ ਕਿਸਾਨੀ ਪਹਿਲਾਂ ਚੱਲ ਰਹੀ ਸੀ ਉਦਾਂ ਹੀ ਉਹਨਾਂ ਨੂੰ ਕਿਸਾਨੀ ਹੁਣ ਚੱਲਦੀ, ਉਹਨਾਂ ਦੀ ਵੈਸੇ ਹੀ ਚਾਹੇ ਆੜਤੀਆ ਸਿਸਟਮ ਕਹਿ ਲਈਏ, ਮੰਡੀ ਸਿਸਟਮ ਕਹਿ ਲਈਏ, ਉਹਨਾਂ ਨੂੰ ਐਜ਼ ਇਟ ਇਜ਼ ਵੈਸੇ ਹੀ ਚਾਹੀਦਾ ਜਿਵੇਂ ਸੀਗਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਕਾਨੂੰਨ ਜ਼ਬਰਦਸਤੀ ਸਾਡੇ ਤੇ ਥੋਪੇ ਜਾ ਰਹੇ ਨੇ ਉਹ ਕਾਨੂੰਨ ਦੇ ਅਸੀਂ ਚਾਹਵਾਨ ਨਹੀਂ ਆ ਤੇ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਉਹ ਕਿਸਾਨ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਹੱਕਾਂ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ, ਸਰਹੱਦਾਂ ਦੇ ਉੱਤੇ ਬਹਿ ਕੇ, ਸਿੰਘੂ ਬਾਰਡਰ ਦੀ ਗੱਲ ਕਰੀਏ, ਟਿੱਕਰੀ ਬਾਰਡਰ ਦੀ ਗੱਲ ਕਰੀਏ, ਉਹਨਾਂ ਤੇ ਬਹਿ ਕੇ ਆਪਣਾ ਲਗਾਤਾਰ ਜਿਹੜਾ ਸੰਘਰਸ਼ ਲੜ ਰਹੇ ਨੇ। ਤੇ ਸਰਦਾਰ ਮੋਹਿੰਦਰ ਸਿੰਘ ਖਾਲਸਾ ਕਾਫੀ ਵੱਡੇ ਪੱਧਰ ਤੇ ਉਸ ਸੰਘਰਸ਼ ਦਾ ਜਿਹੜਾ ਹੁਣ ਹਿੱਸਾ ਬਣ ਚੁੱਕੇ ਨੇ। ਤਾਂ ਤੁਹਾਡੀ ਜਿਹੜੀ ਜ਼ਿੰਦਗੀ ਦਾ ਜਿਹੜਾ ਪੜਾਅ ਆ ਉਹ ਬਦਲਿਆ ਜਦੋਂ 26 ਮਾਰਚ ਨੂੰ ਟਰੈਕਟਰ ਦੀ ਜਿਹੜੀ ਪਰੇਡ ਹੋਈ, ਟਰੈਕਟਰ ਰੈਲੀ ਕੱਢੀ ਗਈ, ਕਿਉਂਕਿ 26 ਜਨਵਰੀ ਨੂੰ ਜਦੋਂ 26 ਜਨਵਰੀ ਦੀ ਟਰੈਕਟਰ ਦੀ ਜਿਹੜੀ ਪਰੇਡ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਜਦੋਂ ਕਿ ਇੱਕ ਲਾਲ ਕਿਲੇ ਦੇ ਅੰਦਰ ਇੱਕ ਪਰੇਡ ਹੋ ਰਹੀ ਸੀ ਤੇ ਕਿਸਾਨ ਲਗਾਤਾਰ ਸਰਹੱਦਾਂ ਦੇ ਉੱਤੇ ਬੈਠ ਕੇ ਲਗਾਤਾਰ ਉਹਨਾਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਲੇਕਿਨ ਉਹਨਾਂ ਦੀ ਆਵਾਜ਼ ਆ ਜਿਹੜੀ ਸ਼ਾਇਦ ਸਰਕਾਰਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਸੀ 26 जनवरी वाले दिन। तो उन्होंने सोचा कि एक परेड के रूप च अगर अंदर परेड हो रही है तो क्यों ना शांतमय तरीके दे नाल एक परेड के रूप में सरकार नूं जिहड़ा हलूणा दिता जाए। तो उहदे अंदर असीं गल करिए उस 26 जनवरी की परेड का तुसीं हिस्सा बने सीगे, तो की कुछ उस परेड का हिस्सा बनने दे नाल एक बिल्कुल ही एक पलटा एक वाजिया तुहाडी जिंदगी नूं, वो संघर्ष तुहाडी जिंदगी दे नाल जुड़िया, की कुछ 26 जनवरी नूं जिहड़े हालात उत्थों दे रहे? 26 जनवरी का आपां सारा कुछ अखां नाल देखिया उत्थे। तो मैं क्योंकि असी 23 तरीक नूं जम्मू तो 23 जनवरी नूं असी परिवार नाल लैके अते कुछ होर गड्डियां असी जड़ियां वीर जत्थे दे तौर ते असी सारे ਸਿੰਘੂ बार्डर नूं पुजे सीगे। तो 23 तरीक शाम नूं असी उत्थे पुज गए और 24 ते 25 तरीक असी सारा कुछ उहदा नज़ारा आ वो इतिहासक नज़ारा सीगा, जिन्हां लोकां ने वो देखिया कि इन्नी वड्डी गिणती दे विच ट्रैक्टरां दा उस रैली में शामिल होना। और रस्ते के जो असी गए तो तुसी एक गल देखना कि भी एक जड़ा ट्राली है वो 2-2 3-3 ट्रैक्टर होर उपर रखे हुए हैं, इन्ने जज्बे सन नौजवानों के। रस्ते में असी जो कुछ देख रहे सा, असी सोचते हैं भी जिंदगी में ये नज़ारा असी कदे नहीं देख पावांगे। तो असी जो उत्थे पुजदे आ ਲੱਖਾਂ ਦੀ ਗਿਣਤੀ ਵਿੱਚ ਲੋਕ ਸੀਗੇ ਤੇ ਲੱਖਾਂ ਦੀ ਹੀ ਗਿਣਤੀ ਵਿੱਚ ਟਰੈਕਟਰ ਸੀਗੇ ਤੇ 26 ਜਨਵਰੀ ਦੀ ਉਡੀਕ ਹੋ ਰਹੀ ਸੀਗੀ ਵੀ ਆਪਾਂ ਸਾਰਿਆਂ ਨੇ ਉਸ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣਾ, ਕਿਉਂਕਿ ਉਹ ਕੋਈ ਕਿਸੇ ਦੇਸ਼ ਦੇ ਖਿਲਾਫ ਕੋਈ ਰੈਲੀ ਥੋੜੀ ਸੀਗੀ। ਆਪਣੇ ਹੀ ਦੇਸ਼ ਵਿੱਚ ਆਪਣੀਆਂ ਸਰਕਾਰਾਂ ਦੇ ਨਾਲ ਲੋਕਾਂ ਦਾ ਟਕਰਾਓ ਬਣਦੇ ਰਹਿੰਦੇ ਨੇ। ਲੋਕ ਆਪਣੇ ਹੱਕਾਂ ਦੇ ਖਾਤਰ, ਚਾਹੇ ਕਾਂਗਰਸ ਦਾ ਸਮਾਂ ਹੋਇਆ ਹੋਵੇ ਤੇ ਉਦੋਂ ਵੀ ਤੇ ਲੋਕ ਸੰਘਰਸ਼ ਕਰਦੇ ਹੀ ਸੀਗੇ। ਜਿੱਦਾਂ ਟੀਚਰਾਂ ਨੂੰ ਦੇਖਦੇ ਆ, ਦੂਸਰੀਆਂ ਜੌਬਾਂ ਕਰਨ ਵਾਲੇ ਲੋਕ ਜਿਹੜੇ ਨੇ ਉਹ ਸੰਘਰਸ਼ ਕਰਦੇ ਹੀ ਰਹਿੰਦੇ ਸਨ। ਤੇ ਕਿਸਾਨਾਂ ਨੂੰ ਇੱਕ ਐਸੇ ਬਿੱਲ ਤੇ ਲੈ ਕੇ ਸਰਕਾਰ ਆ ਗਈ ਜਿਹੜੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਨੇ। ਅੱਜ ਪੜ੍ਹਿਆ ਲਿਖਿਆ ਯੁੱਗ ਆ, ਕਿਸਾਨਾਂ ਦੇ ਬੱਚੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਇੰਟੈਲੀਜੈਂਟ ਆ ਔਰ ਬਹੁਤ ਜਿਹੜੇ ਵਕੀਲ ਜਿਹੜੇ ਹੈਗੇ ਨੇ ਕਿਸਾਨਾਂ ਦੇ ਬੱਚੇ ਹੈਗੇ ਨੇ। ਤੇ ਜਦੋਂ ਉਹਨਾਂ ਨੇ ਉਹਨਾਂ ਬਿੱਲਾਂ ਨੂੰ ਪੜ੍ਹਿਆ ਤੇ ਵਾਚਣ ਤੋਂ ਬਾਅਦ ਉਹਨਾਂ ਨੂੰ ਇਹ ਲੱਗਿਆ ਕਿ ਅੱਜ ਅਸੀਂ ਇਸ ਬਿੱਲ ਦੇ ਅਨੁਸਾਰ ਜੇ ਕਿਤੇ ਅਸੀਂ ਉਹਦੇ ਤੇ ਸਿਗਨੇਚਰ ਕਰ ਦਿੰਦੇ ਆ ਤੇ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਇੱਕ ਤੇ ਆਪਣੀ ਕਿਰਸਾਨੀ ਤੋਂ ਦੂਰ ਹੋ ਜਾਣਗੀਆਂ, ਦੂਸਰਾ ਅਸੀਂ अपना ही सारा कुछ कमाया होया उन्हां लोकां दे हत्थ विच दे देंगे जिहड़े पहलां ही वड्डे रहीश ने। ते फिर जिहड़ा आम बंदा आ ਉਹਦੇ ਵਾਸਤੇ ਮੁਸ਼ਕਲ ਬਣ ਜਾਣੀ ਆ। मैं ਪਹਿਲਾਂ ਵੀ ਗੱਲ ਕਰ ਚੁੱਕਿਆ ਤੁਹਾਡੇ ਮੀਡੀਆ ਤੇ ਕਿ ਵੀ ਤੁਸੀਂ ਮੈਨੂੰ ਦੱਸੋ ਵੀ ਅਸੀਂ ਇੱਥੇ 100 ਜਾਂ 125 ਰੁਪਇਆ ਜਾਂ 150 ਰੁਪਇਆ ਕਿਲੋ ਪਿਆਜ਼ ਖਰੀਦਿਆ
कदे सोचा सी भी कि कोई 100 रुपया किलो प्याज खरीदेगा? ਅਸੀਂ जम्मू कश्मीर के अंदर खरीदिया, पूरे देश ਵਿੱਚ ਲੋਕਾਂ ਨੇ ਖਰੀਦਿਆ। ਆਲੂ ਕਈ ਵਾਰ 50-50 ਰੁਪਏ 60-60 ਰੁਪਏ ਕਿਲੋ ਜਿਹੜੇ ਵਿਕੇ ਨੇ, ਤੇ ਤੁਸੀਂ ਕਦੇ ਸੋਚਿਆ ਸੀ ਵੀ ਆਲੂ ਜਿਹੜਾ 10 ਰੁਪਏ ਕਿਲੋ ਵਿਕਣ ਵਾਲਾ? ਕਿਉਂਕਿ ਕਈ ਵਾਰ ਇਹ ਹੁੰਦਾ ਕਿ ਕਿਸਾਨ ਤਾਂ ਤੰਗ ਆ ਕੇ ਆਪਦਾ ਆਲੂ ਪਿਆਜ਼ ਆ ਜਿਹੜਾ ਸੜਕਾਂ ਤੇ ਸੱਟ ਦਿੰਦਾ ਕਿ ਮੈਨੂੰ ਮੁੱਲ ਤੇ ਮਿਲ ਹੀ ਨਹੀਂ ਰਿਹਾ, ਲੇਕਿਨ ਉਹ ਜਦੋਂ ਚੀਜ਼ਾਂ ਸਟੋਰ ਹੋ ਜਾਂਦੀਆਂ ਨੇ ਤਾਂ ਉਹ ਕਿਤੇ 3-4 ਗੁਣਾ ਵੱਧ ਮੁੱਲਾਂ ਤੇ ਮਿਲਦੀਆਂ। ਅਸੀਂ ਅਕਸਰ ਆਲੂ ਦੇਖਦੇ ਆ ਕਿ ਲੋਕ ਆਲੂ ਜਿਹੜਾ ਕਿਸਾਨ ਕਹਿੰਦਾ ਸਟੋਰ ਕਿੱਥੇ ਕਰਾਂ, ਕਿਉਂਕਿ ਉਹਦੇ ਕੋਲ ਸਟੋਰ ਕਰਨ ਦਾ ਨਾ ਤਾਂ ਸਰਕਾਰ ਦੇ ਰਾਹੀਂ ਕੋਈ ਜ਼ਰੀਆ ਬਣਾਇਆ ਗਿਆ, ਕਿਉਂਕਿ ਉਸ ਨੂੰ ਸਾਧਨ ਉਪਲਬਧ ਵੀ ਨਹੀਂ ਵੈਸੇ ਕਰਵਾਏ ਜਾਂਦੇ, ਤਾਂ ਕਿਸਾਨ ਦਾ ਤਾਂ ਕਹਿੰਦੇ ਨਾ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਗੱਲ ਹੋ ਜਾਂਦੀ ਹੈ। ਬਿਲਕੁਲ ਬਿਲਕੁਲ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਉਸੇ ਗੱਲ ਤੇ ਆ ਰਿਹਾ ਕਿ ਵੀ ਜਦੋਂ ਵੱਡੇ ਰਹੀਸ਼ ਲੋਕ ਨੇ ਉਹਨਾਂ ਕੋਲ ਅਰਬਾਂ ਰੁਪਇਆ ਹੈ, ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਵੀ ਸਟੋਰ ਬਣਾ ਲਏ ਸਨ ਔਰ ਹਰਿਆਣੇ ਦੇ ਵਿੱਚ ਵੀ ਸਟੋਰ ਬਣਾ ਲਏ ਗਏ ਸਨ। ਤੋਂ ਪਹਿਲਾਂ ਲੋਕਾਂ ਨੂੰ ਜਾਗਰਤੀ ਨਹੀਂ ਸੀ, ਜਦੋਂ ਬਿੱਲ ਪਾਸ ਹੋ ਗਏ ਤੇ ਉਹਨਾਂ ਨੂੰ ਸਮਝ ਆਈ ਵੀ ਸਟੋਰ ਬਣਾਏ ਕਿਸ ਵਾਸਤੇ ਗਏ ਨੇ। ਤਾਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸਾਂ ਕਿ ਵੀ ਜੇ ਜਦੋਂ, ਕਿਉਂਕਿ ਆਮ ਕਿਸਾਨ ਜਿਹੜਾ ਹੈ ਨਾ ਸਾਰੇ ਅਮੀਰ ਨਹੀਂ ਹਨ, ਕੁਝ ਕਿਸਾਨ ਹੈਗੇ ਨੇ ਜਿਨ੍ਹਾਂ ਦੀਆਂ ਵੱਡੀਆਂ ਜ਼ਮੀਨਾਂ ਨੇ, ਵੱਡੇ ਪੱਧਰ ਦੀਆਂ, ਜਿੱਦਾਂ ਵੀ 100 ਕਿੱਲੇ ਵੀ ਹੋ ਸਕਦੀ ਕਿਸੇ ਦੀ, ਪਰ ਉਹ ਥੋੜੀ ਗਿਣਤੀ ਦੇ ਨੇ। ਬਾਕੀ ਕਿਸਾਨ ਜਿਹੜੇ ਨੇ 8-8 10-10 ਕਿੱਲੇ ਵਾਲਿਆਂ ਨੇ, ਤੇ ਉਹ ਤਾਂ ਸਟੋਰ ਬਣਾ ਨਹੀਂ ਸਕਦੇ, ਉਹਨਾਂ ਪੈਸਾ ਖਰਚ ਨਹੀਂ ਸਕਦੇ। ਤੇ ਜਦੋਂ ਸਰਕਾਰ ਨੇ ਪਤਾ ਨਹੀਂ ਕਿਹੜੀਆਂ ਨੀਤੀਆਂ ਦੇ ਤਹਿਤ, ਕਿਸ ਸੋਚ ਦੇ ਤਹਿਤ ਵੀ ਉਸ ਇਹ ਬਿੱਲ ਬਣਾਏ ਨੇ ਤੇ ਵੀ ਸਾਰੀ ਪਾਵਰ ਉਹਨਾਂ ਨੂੰ ਦੇ ਦਿੱਤੀ ਅਮੀਰਾਂ ਨੂੰ, ਵੀ ਅੰਡਾਨੀ ਹੋ ਗਿਆ, ਅੰਬਾਨੀ ਵਰਗੇ ਜਿਹੜੇ ਲੋਕ ਨੇ, ਹੋਰ ਵੀ ਕਈ ਲੋਕ ਉੱਠ ਖੜੇ ਹੋਣੇ ਸਨ, ਤੇ ਉਹਨਾਂ ਨੇ ਕੀ ਕਰਨਾ ਸੀ ਵੀ ਉਹ ਸਾਰਾ ਸਮਾਨ ਜਿਹੜਾ ਸਟੋਰ ਹੋ ਜਾਣਾ ਸੀਗਾ। ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਜੇ ਪਿਆਜ਼ 100 ਰੁਪਏ ਕਿਲੋ ਵਿਕ ਸਕਦਾ ਹੈ ਤੇ ਜਿਹੜਾ ਆਟਾ ਤੁਸੀਂ 25 ਰੁਪਏ 30 ਰੁਪਏ ਕਿਲੋ ਜਾਂ 20 ਰੁਪਏ ਕਿਲੋ ਲੈ ਰਹੇ ਹੋ, ਤੇ ਇਹ ਕੁਦਰਤੀ ਗੱਲ ਹੈ 150 ਰੁਪਏ ਕਿਲੋ ਜਾਂ 100 ਰੁਪਏ ਕਿਲੋ ਜਾਏਗਾ। ਤੇ ਜਿਹੜਾ ਬੰਦਾ 300 ਰੁਪਏ ਦਿਹਾੜੀ ਕਮਾ ਰਿਹਾ ਇਸ ਦੇਸ਼ ਦੇ ਅੰਦਰ, ਆ ਤੁਸੀਂ ਛੱਡ ਦਿਓ, ਆ ਜੰਮੂ ਕਸ਼ਮੀਰ ਦੇ ਵਿੱਚ 400 ਰੁਪਏ ਦਿਹਾੜੀ ਹੈਗੀ ਹੈ। ਤੁਸੀਂ ਮੈਂ ਜਦੋਂ ਜੇਲ੍ਹ ਗਿਆ ਉੱਥੇ ਅੰਦਰ ਬੱਚਿਆਂ ਨੇ ਮੈਨੂੰ ਦੱਸਿਆ, ਉਹ ਕਹਿੰਦੇ ਨੇ ਵੀ 250 ਰੁਪਏ 200 ਰੁਪਏ ਦਿਹਾੜੀ ਹੈ ਬਿਹਾਰ ਤੇ ਅਤੇ ਅਦਰ ਸਟੇਟਾਂ ਦੇ ਅੰਦਰ। ਤੇ ਉਹ ਜਿਹੜਾ 250-300 ਰੁਪਏ ਜਾਂ 200 ਰੁਪਏ ਕਮਾਉਣ ਵਾਲਾ, ਤੇ ਜਦੋਂ 100 ਰੁਪਏ ਕਿਲੋ ਆਟਾ ਖਰੀਦੇਗਾ ਉਹ ਤੇ ਮਰ ਗਿਆ ਗਰੀਬ। ਇਸ ਕਰਕੇ ਮੈਂ ਪਹਿਲੀ ਗੱਲ ਕਹਿਣਾ ਚਾਹੁੰਦਾ, ਇਹ ਜਿਹੜਾ ਸੰਘਰਸ਼ ਹੈ ਅੱਜ ਦੇ ਪੜ੍ਹੇ ਲਿਖੇ ਕਿਸਾਨਾਂ ਨੇ ਸ਼ੁਰੂ ਕੀਤਾ ਆ, ਪਰ ਇਹ ਉਹਨਾਂ ਨੇ ਆਪਣੇ ਵਾਸਤੇ ਨਹੀਂ, ਖਾਲੀ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਤੇ ਸੰਘਰਸ਼ ਸ਼ੁਰੂ ਕੀਤਾ ਆ। ਲੇਕਿਨ ਇਸ ਦੇਸ਼ ਦੇ ਜਿਹੜੇ 80% ਗਰੀਬ ਤਬਕਾ ਆ ਇਸ ਦੇਸ਼ ਦਾ, ਜਿਹੜੇ ਨਾ, ਮੈਂ ਕਈ ਵਾਰ ਬਾਹਰ ਬਿਹਾਰ ਯੂਪੀ ਜਾਂਦਾ ਰਿਹਾ, ਉੱਥੋਂ ਨਾ ਜਿਹੜੇ ਗੰਦਗੀ ਦੇ ਢੇਰ ਹੁੰਦੇ ਨਾ, ਉੱਥੇ ਲੋਕਾਂ ਨੂੰ ਦੇਖਿਆ ਵੀ ਉੱਥੇ ਕੋਈ ਚੀਜ਼ਾਂ ਪਈਆਂ ਉੱਥੋਂ ਕੱਢ ਕੇ ਉਹ ਖਾਉਂਦੇ ਨੇ। ਤੇ ਇਹ ਇਸ ਦੇਸ਼ ਦੀ ਅਸਲੀ ਹਾਲਾਤ ਉਹ ਨੇ ਜਿਹੜੇ ਯੂਪੀ ਬਿਹਾਰ ਅਤੇ ਕਈ ਸਟੇਟਾਂ ਦੇ ਅੰਦਰ ਦੇਖਣ ਨੂੰ ਮਿਲਦੇ ਨੇ। ਅਸੀਂ ਤਾਂ ਸਿਰਫ ਪੰਜਾਬ ਨੂੰ ਦੇਖਦੇ ਹਾਂ, ਹਰਿਆਣੇ ਨੂੰ ਦੇਖਦੇ ਹਾਂ, ਜੰਮੂ ਕਸ਼ਮੀਰ ਨੂੰ ਦੇਖਦੇ ਹਾਂ, ਉਹਨਾਂ ਗਰੀਬਾਂ ਵਾਲੇ ਪਾਸੇ ਨਜ਼ਰ ਮਾਰੀਏ। ਇਸ ਲਈ ਇਹ ਸੰਘਰਸ਼ ਕਿਸਾਨਾਂ ਨੇ ਇਨਸਾਨੀਅਤ ਦੀ ਖਾਤਰ ਅਤੇ ਗਰੀਬਾਂ ਦੀ ਖਾਤਰ, ਮਜ਼ਦੂਰਾਂ ਦੀ ਖਾਤਰ ਸ਼ੁਰੂ ਕੀਤਾ ਹੈ, ਤੇ ਤਾਂ ਹੀ ਕਰਕੇ ਅੱਜ ਪੂਰੀਆਂ ਸਟੇਟਾਂ ਦੇ ਜਿਹੜੇ ਮਜ਼ਦੂਰ ਨੇ, ਕਿਸਾਨ ਨੇ, ਇੱਕ ਥਾਂ ਤੇ ਇਕੱਠੇ ਹੋ ਗਏ ਨੇ। ਤੇ ਉਸ ਸੰਘਰਸ਼ ਦਾ ਅਸੀਂ ਹਿੱਸਾ ਬਣੇ ਆ, ਤੇ ਸਾਨੂੰ ਇਹ ਲੱਗਦਾ ਕਿ ਪ੍ਰਮਾਤਮਾ ਨੇ ਕਿਸੇ ਚੰਗੇ ਕਰਮ ਦੀ ਸਾਨੂੰ ਇਹ ਫਲ ਦਿੱਤਾ ਹੋਇਆ। ਕਿਤੇ ਜ਼ਿੰਦਗੀ ਵਿੱਚ ਕੀਰਤਨ ਕਰਦੇ ਸੀਗੇ, ਜਾਂ ਜਿੱਦਾਂ ਗੁਰੂ ਨਾਨਕ ਦੀ ਗੱਲ ਕਰਦੇ ਸੀ, ਤੇ ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਇਹ ਖੈਰ ਪਾਈ ਹੈ ਕਿ ਅਸੀਂ ਕਿਸਾਨੀ ਦੇ ਲਈ ਜੇਲ੍ਹ ਕੱਟਣ ਵਾਸਤੇ ਗਏ ਹਾਂ। ਭਾਵੇਂ ਸਮਾਂ ਮਾੜਾ ਹੁੰਦਾ, ਤਕਲੀਫਾਂ ਹੁੰਦੀਆਂ ਨੇ, ਪਰ ਅਸੀਂ ਸੋਚਦੇ ਹਾਂ ਤਕਲੀਫ ਬੜੀ ਛੋਟੀ ਹੈ, ਜੇ ਆਉਣ ਵਾਲੇ ਸਮੇਂ ਵਿੱਚ ਇਹ ਬਿੱਲ ਰੱਦ ਹੋ ਜਾਂਦੇ ਨੇ ਤੇ ਦੇਸ਼ ਦਾ ਭਲਾ ਹੋ ਜਾਏਗਾ। ਬਿਲਕੁਲ, ਜਿੱਦਾਂ ਗੱਲ ਕਰੀਏ ਕਿ ਅਕਸਰ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਅਜਿਹਾ ਸੰਘਰਸ਼ ਅੱਜ ਤੱਕ ਨਹੀਂ ਵੇਖਿਆ ਗਿਆ। ਸੁਨਹਿਰੀ ਅੱਖਰਾਂ ਦੇ ਵਿੱਚ ਇਸ ਸੰਘਰਸ਼ ਦਾ ਜਿਹੜਾ ਉਲੀਕਿਆ ਜਾਵੇਗਾ ਇਹਨੂੰ, ਔਰ ਜਿਹੜੇ ਸੰਘਰਸ਼ ਦੇ ਨਾਲ ਜੁੜ ਚੁੱਕੇ ਨੇ ਤਾਂ ਉਹ ਤਾਂ ਬਿਲਕੁਲ ਹੀ ਗੱਲ ਬਣਦੀ ਹੈ ਕਿ ਅਗਰ ਸੰਘਰਸ਼ ਸੁਨਹਿਰੀ ਅੱਖਰਾਂ ਦੇ ਵਿੱਚ ਉਲੀਕਿਆ ਜਾਵੇਗਾ ਤਾਂ ਉਸ ਸੰਘਰਸ਼ ਦੇ ਨਾਲ ਜੁੜੇ ਹੋਏ ਲੋਕ ਵੀ ਸੁਨਹਿਰੀ ਅੱਖਰਾਂ ਦੇ ਨਾਲ ਹੀ ਚੇਤਾ ਕੀਤੇ ਜਾਣਗੇ। ਤਾਂ ਕੀ ਅਗਰ ਅਸੀਂ ਤੇ ਗੱਲ ਕਰੀਏ ਕਿ ਤੁਹਾਨੂੰ ਦਿੱਲੀ ਪੁਲਿਸ ਦੇ ਰਾਹੀਂ ਆ ਜਿਹੜਾ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ, ਕੀ ਕਾਰਨ ਰਹੇ, ਕੀ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਕਿ ਜਿਹੜਾ ਇੰਨਾ ਜ਼ਿਆਦਾ ਤੁਹਾਨੂੰ ਇੱਕਦਮ ਟਾਰਗੇਟ ਕਰ ਦਿੱਤਾ ਗਿਆ? ਕਿਉਂਕਿ ਸ਼ਾਂਤਮਈ ਸੰਘਰਸ਼ ਚੱਲ ਰਿਹਾ ਸੀ, ਸ਼ਾਂਤਮਈ ਸੰਘਰਸ਼ ਦੇ ਅੰਦਰ ਇਹੋ ਜਿਹਾ ਮੋੜ ਆਉਣਾ, ਔਰ ਕੀ ਕੁਝ ਉਸ ਸਮੇਂ ਹਾਲਾਤ ਰਹੇ? ਹਾਂ, ਮੈਂ ਤੁਹਾਨੂੰ ਦੱਸਣਾ ਕਰਾਂਗਾ ਕਿ ਪਹਿਲੀ ਗੱਲ ਤੇ ਮੈਂ ਕਦੇ ਆਪਣੇ ਮਨ ਦੇ ਅੰਦਰ ਇਹ ਗੱਲ ਸੋਚੀ ਵੀ ਨਹੀਂ ਸੀਗੀ ਕਿ ਵੀ ਜਿਨ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਜਥੇ ਲੈ ਕੇ ਉੱਥੇ ਜਾ ਰਹੇ ਸੀਗੇ, ਜਾਂ ਅਸੀਂ ਆਪਣਾ ਪਰਿਵਾਰ ਲੈ ਕੇ ਜਾ ਕੇ ਟਰੈਕਟਰ ਰੈਲੀ ਵਿੱਚ ਸ਼ਾਮਲ ਹੋ ਰਹੇ ਹਾਂ। ਤੇ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਜਦੋਂ ਬੰਦਾ ਕਿਤੇ ਤੀਰਥ ਤੇ ਜਾਂਦਾ ਹੈ, ਧਾਰਮਿਕ ਅਸਥਾਨ ਤੇ ਜਾਂਦਾ ਹੈ, ਤੇ ਉਹਨੂੰ ਇਹ ਹੁੰਦਾ ਹੈ ਵੀ ਮੈਂ ਚੰਗੇ ਕੰਮ ਪਾਸੇ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਜਿਹੜੇ ਲੋਕ ਸਿੰਘੂ ਬਾਰਡਰ ਤੇ ਗਏ ਨੇ, ਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਉਹ ਤੀਰਥ ਅਸਥਲ ਬਣ ਚੁੱਕਿਆ ਸੀਗਾ ਸਿੰਘੂ ਬਾਰਡਰ ਅਤੇ ਸਾਰੇ ਬਾਰਡਰ। ਉੱਥੇ ਇਸ ਦੇਸ਼ ਦਾ ਇੱਕ ਗੁਲਦਸਤਾ ਦਿਖਦਾ ਸੀਗਾ। ਸਾਡੇ ਹਿੰਦੂ ਵੀਰ ਸਭ ਤੋਂ ਵੱਧ ਗਿਣਤੀ ਵਿੱਚ, ਸਾਡਾ ਹਰਿਆਣਾ ਬਹੁਤ ਗਿਣਤੀ ਵਿੱਚ, ਸਾਰੀਆਂ ਸਟੇਟਾਂ ਦੇ
ਹਿੰਦੂ ਸਮਾਜ ਬਹੁ ਗਿਣਤੀ ਵਿੱਚ, ਮੁਸਲਮਾਨ ਸਮਾਜ ਬਹੁ ਗਿਣਤੀ ਵਿੱਚ, ਕ੍ਰਿਸਚਨ ਸਮਾਜ ਬਹੁ ਗਿਣਤੀ ਵਿੱਚ, ਛੋਟੇ ਤੋਂ ਛੋਟਾ ਬੰਦਾ ਤੇ ਵੱਡੇ ਤੋਂ ਵੱਡਾ ਅਮੀਰ ਬੰਦਾ ਉਹਨਾਂ ਸਟੇਜਾਂ ਤੇ ਜਾ ਕੇ ਬੋਲ ਰਿਹਾ ਸੀਗਾ ਔਰ ਉਹ ਸਾਰੇ ਇਕੱਠੇ ਬੈਠ ਕੇ ਲੰਗਰ ਛਕ ਰਹੇ ਸਨ ਔਰ ਉਹਨਾਂ ਨੂੰ ਲੰਗਰ ਵੱਖਰੇ ਵੱਖਰੇ ਕਿਸਮ ਦੀਆਂ ਜਿਹੜੀਆਂ ਉੱਥੋਂ ਵੀ ਖਾਣ ਨੂੰ ਮਿਲਦਾ ਸੀਗਾ ਔਰ ਦੁਨੀਆ ਦੇਖ ਰਹੀ ਸੀ ਭਾਈ ਦੇਖੋ ਕਿਸਾਨ ਜਿਹੜਾ ਦੁਨੀਆ ਨੂੰ ਖਵਾਉਣ ਵਾਲਾ ਅੱਜ ਉਹਦਾ ਆਪਣਾ ਮੋਰਚਾ ਲੱਗਿਆ ਵੀ ਉੱਥੇ ਹਰ ਚੀਜ਼ ਮਿਲ ਰਹੀ ਸੀਗੀ। ਪਰ ਉਦੋਂ ਤਾਂ ਖਾਦਾ ਹੋਇਆ ਵੀ ਗਿਣਿਆ ਜਾਣ ਲੱਗਾ, ਅਗਰ ਕਿਸਾਨ ਨੇ ਪੀਜ਼ਾ ਖਾਦਾ ਤਾਂ ਉਹ ਵੀ ਗਿਣਿਆ ਜਾਣ ਲੱਗਾ ਜਿਹੜਾ ਪੂਰੀ ਦੁਨੀਆ ਨੂੰ ਖਵਾ ਰਿਹਾ। ਜੇਕਰ ਉਹਨੇ ਪੀਜ਼ਾ ਖਾ ਲਿਆ ਜਾਂ ਕੋਈ ਵੀ ਵੱਡੀ, ਕਿਉਂਕਿ ਉਹ ਔਕਾਤ ਰੱਖਦੇ ਨੇ, ਲਿਮਟ ਉਹਨਾਂ ਦੀ ਹੈ ਕਿ ਅਗਰ ਅਸੀਂ ਪੂਰੀ ਦੁਨੀਆ ਨੂੰ ਖਵਾ ਸਕਦੇ ਹਾਂ ਤਾਂ ਅਸੀਂ ਆਪ ਕਿਉਂ ਨਹੀਂ ਵਧੀਆ ਖਾ ਸਕਦੇ। ਹਾਂ, ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਕੋਈ ਇਹ ਗੱਲ ਪੁੱਛੇ ਕਿਸੇ ਦੇ ਘਰ ਕਦੇ ਕਦੇ ਵਧੀਆ ਰੋਟੀ ਬਣਦੀ ਹੈ ਤੇ ਅਸੀਂ ਉਹ ਜਿਹੜਾ ਨਾ ਮਾੜਾ ਗਵਾਂਢੀ ਹੁੰਦਾ ਬਦਨੀਤ ਗਵਾਂਢੀ ਹੁੰਦਾ ਕਿ ਜਿਸ ਨੂੰ ਬਰਦਾਸ਼ਤ ਨਹੀਂ ਹੁੰਦਾ ਨਾ ਉਹ ਗਵਾਂਢੀ ਹੀ ਜਾ ਕੇ ਉਹ ਉੱਥੇ। ਤੇ ਇਸ ਲਈ ਮੈਨੂੰ ਲੱਗਦਾ ਜਿਹੜਾ ਨੈਸ਼ਨਲ ਮੀਡੀਆ ਨਾ ਉਹ ਜਿਹੜਾ ਉਹ ਗਵਾਂਢੀ ਨਹੀਂ ਹੁੰਦਾ ਜਿਹੜਾ ਸੜਦਾ ਰਹਿੰਦਾ ਅੰਦਰ ਅੰਦਰ ਆਪਣੇ, ਕਿਉਂਕਿ ਉਹਨੂੰ ਇਹ ਲੱਗਦਾ ਕਿ ਮੈਂ ਤਾਂ ਕੁਝ ਕਰ ਨਹੀਂ ਪਾਦਾ, ਮਿਹਨਤ ਆਪ ਕਰਦਾ ਨਹੀਂਗਾ ਤੇ ਮਿਹਨਤ ਕਰੇਗਾ ਤਾਂ ਉਹ ਵੀ ਚੰਗਾ ਪੀਜ਼ਾ ਖਾਊਗਾ ਨਾ ਤੇ ਲੇਕਿਨ ਉਹ ਆਪ ਮਿਹਨਤ ਨਹੀਂ ਕਰਦਾ ਤੇ ਉਹ ਦੂਸਰੇ ਗਵਾਂਢੀ ਜਿਹੜਾ ਖਾਂਦਾ ਨਾ ਪੀਜ਼ਾ ਤੇ ਉਹਦੇ ਕੋਲ ਤਕਲੀਫ ਰਹਿੰਦੀ ਉਹਨੂੰ। ਮੈਨੂੰ ਲੱਗਦਾ ਸਾਡਾ ਨੈਸ਼ਨਲ ਮੀਡੀਆ ਨਾ ਉਹੀ ਵਿਰੋਧੀ ਸੀਗਾ, ਉਹ ਦੁਨੀਆ ਨੂੰ ਦਿਖਾ ਰਿਹਾ ਸੀ ਵੀ ਦੇਖੋ ਇਹ ਕਿਸਾਨ ਹੈ, ਦੇਖੋ यहाँ पर पिज्जा चल रहा है, यहाँ पर ऐसा। ਉਹ ਜੋ ਦੁਨੀਆ ਨੂੰ ਖਵਾਉਣ ਵਾਲੇ ਕਿਸਾਨ ਨੇ ਪੂਰੀ ਦੁਨੀਆ, ਤੁਸੀਂ ਅਮਰੀਕਾ ਕੈਨੇਡਾ ਦੀ ਗੱਲ ਕਰੋ ਉੱਥੇ ਵੀ ਤੇ ਇੰਨੇ ਵੱਡੇ ਅਮੀਰ ਦੇਸ਼ਾਂ ਨੂੰ ਕਿਸਾਨ ਹੀ ਖਵਾ ਰਿਹਾ ਸਾਰਾ ਕੁਝ ਪੈਦਾ ਕਰਦਾ, ਧਰਤੀ 'ਚ ਪੈਦਾ ਕਰਦਾ, ਰੱਬ ਦੀਆਂ ਦਿੱਤਾਂ ਜਿਹੜੇ ਦਾਤਾਂ ਨੇ ਇਸ ਧਰਤੀ ਤੋਂ ਉਹ ਪੈਦਾ ਕਰਦਾ ਮਿਹਨਤ ਕਰਕੇ। ਇਸ ਲਈ ਚਲੋ ਇਹ ਹੁੱਛੀਆਂ ਗੱਲਾਂ ਨੇ, ਛੋਟੀ ਸੋਚ ਵਾਲੇ ਲੋਕਾਂ ਦੀ ਗੱਲਾਂ ਨੇ, ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸਾਂ ਵੀ ਜਿਹੜਾ ਮੇਰੇ ਹਿੰਦੁਸਤਾਨ ਦਾ ਅਸਲੀ ਕਲਚਰ ਉਹ ਬਗੀਚੇ ਦੇ ਜਿਹੜੇ ਸਾਰੇ ਫੁੱਲ ਨੇ ਉਹ ਸਾਰੇ ਇਕੱਠੇ ਸਨ ਉੱਥੇ, ਅੱਜ ਵੀ ਇਕੱਠੇ ਨੇ। ਅੱਜ ਵੀ ਤੁਸੀਂ ਇੱਥੇ ਜਾਓਗੇ ਜਦੋਂ ਹਰਿਆਣਾ ਦੇ ਜਿਹੜੇ ਸਾਰੇ ਚਾਚੂ ਨੇ ਤੇ ਅਸੀਂ ਮੈਂ ਉਹਨਾਂ ਨੂੰ ਪੁੱਛਦਾ ਜੀ ਵੀ ਚਾਚੂ ਕੀ ਕਿਆ ਆਪਣੇ ਹੁੱਕਾ ਪੀਂਦੇ ਨੇ, ਉਹਨਾਂ ਦਾ ਇੱਕ ਕਲਚਰ ਹੈਗਾ ਸਾਰੇ ਇਕੱਠੇ ਹੋ ਜਾਂਦੇ ਇਸ ਤਰ੍ਹਾਂ। तो फिर मैं पूछता भाई चाचू ये क्या भी कहते ये तो हमारे हरियाणा का मतलब कि कल्चर है। तो वो उत्थे जाके हजू कि तुहानूं पता है असी जिहड़े सिख हैगे आ भी असी तंबाकू नशे इन्हां चीज़ां तो दूर रहिंदे आ असीं, लेकिन उत्थे सारे एक दूसरे नूं प्यार करदे कोई ठीक है, वो इकट्ठे बैठे ने जिहड़े पंजाब दे वीर ने वो भी आले दुआले बैठ जांदे सन, पर पींदे ओही सन वो जिहड़े हरियाणे वाले वीर। लेकिन सानूं पर अच्छा लगदा सी भी सारे अज जुड़ के बैठे ने। वो नफरतां जिहड़ियां कांग्रेस सरकार तो चलियां सन, ਜਿਹੜੇ ਕਿਸੇ ਟਾਈਮ ਪੰਜਾਬ ਦੇ ਲੋਕਾਂ ਨੂੰ ਅੰਤਕਵਾਦੀ ਗਰਦਾਨਿਆ ਜਾਂਦਾ ਸੀ, ਕਾਂਗਰਸ ਵੀ ਤਾਂ ਆਹੀ ਕੁਝ ਕਰਦੀ ਰਹੀ ਹੈ। ਮੈਂ ਕਹਿੰਦਾ ਜਦੋਂ ਵੀ ਸਾਡੇ ਦੇਸ਼ ਨੂੰ ਢਾਹ ਲੱਗਣੀ ਹੈ, ਨੁਕਸਾਨ ਹੋਣਾ ਤੇ ਸਾਡੀਆਂ ਰਾਜਨੀਤਿਕ ਪਾਰਟੀਆਂ ਕੋਲ ਲੱਗਣਾ। ਆਮ ਲੋਕ ਸਦੀਆਂ ਤੋਂ ਪਿਆਰ ਕਰਦੇ ਸਨ ਤੇ ਅੱਗੇ ਵੀ ਕਰਦੇ ਰਹਿਣਗੇ, ਕਿਉਂਕਿ ਥੋੜੇ ਸਮੇਂ ਵਿੱਚ ਖਲਾ ਆ ਗਿਆ ਸੀ ਥੋੜਾ, ਉਹ ਸਮਾਂ ਮਾੜਾ ਨਿਕਲ ਗਿਆ। ਅੱਜ ਹਰ ਬੰਦਾ ਸਾਡੇ ਪੜ੍ਹੇ ਲਿਖੇ, ਹਰ ਸਮਾਜ ਦੇ ਲੋਕ ਪੜ੍ਹੇ ਲਿਖੇ ਸਾਡੇ ਬੱਚੇ ਨੇ, ਉਹ ਸਮਝਦੇ ਨੇ ਰਾਜਨੀਤੀ ਕਿੱਥੇ ਹੋ ਰਹੀ ਹੈ ਤੇ ਸੱਚ ਕਿੱਥੇ ਬੋਲਿਆ ਜਾ ਰਿਹਾ। ਤਾਂ ਮੈਂ ਇੱਕ ਗੱਲ ਕਹਿ ਰਿਹਾ ਸੀ ਕਿ ਭਈ ਉਹ ਜਿਹੜਾ ਉੱਥੇ ਨਜ਼ਾਰਾ ਦੇਖ ਕੇ ਹੀ ਬਣਦਾ ਸੀ ਜਦੋਂ ਸਿੰਘੂ ਬਾਰਡਰ ਤੇ ਆਪਾਂ ਜਾਂਦੇ ਸੀਗੇ। ਤਾਂ ਅਸੀਂ ਜਦੋਂ ਉੱਥੋਂ ਦਾ ਹਿੱਸਾ ਬਣਿਆ, ਹੋ ਸਕਦਾ ਏਜੰਸੀਆਂ ਦੀ ਨਜ਼ਰਾਂ ਵਿੱਚ, ਕਿਉਂਕਿ ਸਰਕਾਰਾਂ ਨੇ ਸਾਡੇ ਉੱਥੇ ਲੋਕ ਬਿਠਾਏ ਨੇ ਸਾਡੇ ਉੱਤੇ ਦੇਖਣ ਵਾਸਤੇ ਵੀ ਕਿਹੜਾ ਬੰਦਾ ਜਿਹੜਾ ਕਿਸਾਨੀ ਸੰਘਰਸ਼ ਨੂੰ ਜਿਹੜਾ ਆ ਸਪੋਰਟ ਕਰ ਰਿਹਾ। ਤੇ ਜੰਮੂ ਦੇ ਵਿੱਚ ਵੈਸੇ ਵੀ ਹੈ ਕਿ ਸਭ ਤੋਂ ਜ਼ਿਆਦਾ ਐਕਟਿਵ ਰੋਲ ਜਿਹੜਾ ਮਹਾਰਾਜ ਨੇ ਮੇਰੀ ਝੋਲੀ 'ਚ ਪਾਇਆ ਵਾ ਆਪਣੇ ਵੀਰਾਂ ਦੇ ਨਾਲ। ਇਹ ਨਹੀਂ ਕਿ ਮੈਂ ਇਕੱਲਾ ਸੀਗਾ, ਮੇਰੇ ਹੋਰ ਵੀ ਵੀਰ ਨੇ ਸਤਿਕਾਰਯੋਗ ਜਿਹੜੇ ਪੂਰੇ ਸਹਿਯੋਗੀ ਸੀਗੇ ਉਹਦੇ ਵਿੱਚ। ਤਾਂ ਉਹਨਾਂ ਵੀਰਾਂ ਨਾਲ ਰਲ ਕੇ ਅਸੀਂ ਕਿਸਾਨੀ ਸੰਘਰਸ਼ ਦਾ ਆਪਾਂ ਹਿੱਸਾ ਬਣੇ ਆ। ਤੇ ਸਾਨੂੰ ਫਿਰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਤੁਸੀਂ ਗੱਲ ਕਹੀ ਸੀਗੇ, ਮੈਨੂੰ ਗ੍ਰਿਫਤਾਰੀ ਕਰਨ ਦਾ ਇੱਕ ਤਰੀਕਾ ਹੁੰਦਾ ਵੇ। ਜੇ ਤੁਸੀਂ ਬਾਈ ਚਾਂਸ ਮੈਨੂੰ ਟਾਰਗੇਟ ਕਰ ਰਹੇ ਹੋ ਜਾਂ ਤੁਹਾਨੂੰ ਲੱਗਦਾ ਕਿ ਵੀ ਅਸੀਂ ਕਿਸਾਨਾਂ ਵੱਲੋਂ ਜਿਹੜਾ ਕਾਲ ਦਿੱਤੀ ਗਈ ਹੈ ਵੀ ਟ੍ਰੇਨ ਰੋਕੋ ਜਿਹੜਾ ਸੀਗਾ ਉਸ ਤਰ੍ਹਾਂ 3 ਦਿਨ ਪਹਿਲਾਂ ਦੀ ਗੱਲ ਆ, ਤੇ ਉਹ ਅਸੀਂ ਕਾਮਯਾਬ ਹੋਏ ਹਾਂ ਯੂਨਾਈਟਿਡ ਕਿਸਾਨ ਫਰੰਟ ਵੱਲੋਂ। ਲੇਕਿਨ ਤੁਹਾਨੂੰ ਉੱਥੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਉਸ ਵਿੱਚ ਵੀ ਅਸੀਂ ਪੁਲਿਸ ਦੀ ਵੀ ਸ਼ਲਾਘਾ ਕੀਤੀ ਹੈ, ਆਪਣੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਉਹਦੇ ਵਾਸਤੇ ਵੀ ਚੰਗਾ ਹੀ ਕਿਹਾ। ਪਰ ਮੈਨੂੰ ਨਹੀਂ ਸੀ ਪਤਾ ਵੀ ਮੇਰੀ ਹੀ ਉਹ ਪੁਲਿਸ ਦੇ ਐਸਪੀ ਸਾਹਿਬ ਮੈਨੂੰ ਇਹ ਕਹਿ ਕੇ ਬੁਲਾ ਰਹੇ ਨੇ ਕਿ ਵੀ ਡੀਐਸਪੀ ਆਪਣਾ ਐਸਐਸਪੀ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ। ਮੈਨੂੰ ਗੁੰਮਰਾਹ ਕੀਤਾ ਗਿਆ। 3 ਘੰਟੇ ਮੈਨੂੰ ਤੁਸੀਂ ਆ ਕੇ ਗਾਂਧੀ ਨਗਰ ਥਾਣੇ ਵਿੱਚ ਉੱਥੇ ਬਿਠਾ ਦਿੰਦੇ ਹੋ, ਪਹਿਲਾਂ ਆਪਣੇ ਦਫ਼ਤਰ ਵਿੱਚ ਡੀਐਸਪੀ ਸਾਹਿਬ ਸੌਤ ਵਾਲੇ, ਉਸ ਤੋਂ ਬਾਅਦ ਫਿਰ ਮੈਨੂੰ ਥਾਣੇ ਦੇ ਵਿੱਚ ਉੱਥੇ ਬਿਠਾਇਆ ਜਾਂਦਾ ਵਾ। ਤੇ 3 ਘੰਟਿਆਂ ਦੇ ਬਾਅਦ ਕ੍ਰਾਈਮ ਬ੍ਰਾਂਚ ਦਿੱਲੀ ਦੇ ਲੋਕ ਆ ਜਾਂਦੇ ਨੇ। ਉਹ ਜਿਸਲੇ ਆਉਂਦੇ ਨੇ ਸਾਨੂੰ, ਤੇ ਉਸ ਜਿਹੜਾ ਨੌਜਵਾਨ ਬੱਚਾ ਜਿਹੜਾ ਆ ਮਨਦੀਪ ਸਿੰਘ, ਉਹ ਮੁੰਡਾ ਛੋਟੀ ਉਮਰ ਦਾ, ਇਹ 22 ਸਾਲ ਦਾ, ਉਸ ਨੂੰ ਵੀ ਪਕੜ ਕੇ ਲਿਆਉਂਦੇ ਨੇ। ਫਿਰ ਮੈਨੂੰ ਕਲੀਅਰ ਹੋ ਗਿਆ ਵੀ ਇਹ ਤੇ ਕੁਝ ਸਾਜ਼ਿਸ਼ ਹੋ ਰਹੀ ਹੈਗੀ ਵੀ ਕੋਈ ਦਿੱਲੀ ਵਾਲਾ ਜਿਹੜਾ ਮੁੱਦਾ ਇਹਨਾਂ ਨੇ ਉਠਾਇਆ ਦਾ। ਤਾਂ ਫਿਰ ਜਦੋਂ ਮੈਂ ਇਹਨਾਂ ਨੂੰ ਇਹ ਗੱਲ ਕਹੀ ਐਸਪੀ ਸਾਹਿਬ ਨੂੰ ਵੀ ਘੱਟ ਤੋਂ ਘੱਟ ਵੀ ਮੇਰੇ ਪਰਿਵਾਰ ਨੂੰ ਦੱਸ ਦਿਓ, ਮੈਨੂੰ ਪਰਿਵਾਰ ਨੂੰ ਮਿਲਾ ਦਿਓ, ਮੈਨੂੰ ਕੱਪੜੇ, ਮੇਰੇ ਕੋਲ ਕੱਪੜਾ ਕੋਈ ਨਹੀਂ ਹੈ, ਮੈਨੂੰ ਕੱਪੜੇ ਲੈ ਲੈਣ ਦਿਓ। ਉਹਨਾਂ ਨੇ ਸਾਡੀ ਇੱਕ ਗੱਲ ਨਹੀਂ ਸੁਣੀ। ਅਸੀਂ ਇਸ ਦੇਸ਼ ਦੇ ਵਾਸੀ ਹਾਂ ਯਾਰ, ਸਾਡੇ ਦੇਸ਼ ਦਾ ਕਾਨੂੰਨ ਅੰਬੇਡਕਰ ਸਾਹਿਬ ਨੇ ਬੜਾ ਕਮਾਲ ਦਾ ਲਿਖਿਆ ਹੋਇਆ, ਉਹਦੇ ਵਿੱਚ ਸਾਨੂੰ ਛੂਟ ਮਿਲੀ ਹੈ ਵੀ ਤੁਸੀਂ ਵਕੀਲ ਵੀ ਕਰ ਸਕਦੇ ਹੋ। ਮੈਂ ਆਪਣਾ ਵਕੀਲ ਨੂੰ ਬੁਲਾ ਲੈਂਦਾ। ਉਸ ਤੋਂ ਬਾਅਦ ਅਸੀਂ ਨਹੀਂ ਵੀ ਸੀਗਾ, ਜੇ ਲੈ ਹੀ ਜਾਣਾ ਸੀਗਾ ਤਾਂ ਘਰ ਬੱਚਿਆਂ ਨੂੰ ਮਿਲਾ ਕੇ ਲੈ ਜਾਂਦੇ ਤਾਂ ਤੁਹਾਡੇ ਤੇ ਉਂਗਲ ਨਹੀਂ ਸੀ ਉੱਠਣੀ।
ਤੇ ਰਾਤੀ ਫਿਰ 2 ਵਜੇ ਜਾ ਕੇ ਪਰਿਵਾਰ ਨੇ ਆਪਣੇ ਸਾਰੇ ਲੋਕਾਂ ਨੂੰ ਬੁਲਾਇਆ ਤੇ ਫਿਰ ਜਾ ਕੇ ਸਤਵਾਰੀ ਚੌਕ ਤੇ ਵੀ ਤੁਸੀਂ ਦੇਖਿਆ ਹੋਣਾ ਧਰਨਾ ਲੱਗਿਆ ਵਾ। ਤੁਸੀਂ 2 ਵਜੇ ਤੱਕ ਯਾਰ ਪੂਰੇ ਜੰਮੂ ਨੂੰ ਸ਼ਾਂਤ ਕਰ ਦਿੱਤਾ ਹੈ। ਉਹਦੀ ਵਜ੍ਹਾ ਮੈਂ ਨਹੀਂ ਆ, ਉਹਦੀ ਵਜ੍ਹਾ ਜਿਹੜੀ ਹੈ ਸਾਡਾ ਐਸਪੀ ਜਿਹੜਾ ਹੈਗਾ ਸਾਊਥ ਦਾ ਐਸਪੀ ਹੈ, ਉਹਦੀ ਜ਼ਿੰਮੇਵਾਰੀ ਸੀ ਕਿ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਹਦੇ ਕਰਕੇ ਲੋਕਾਂ ਨੂੰ ਰਾਤੀ 2 ਵਜੇ ਤੱਕ ਖੱਜਲ ਖੁਆਰ ਹੋਣਾ ਪਿਆ, ਸੜਕਾਂ ਤੇ ਆਉਣਾ ਪਿਆ ਤੇ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੂਸਰੇ ਦਿਨ ਰੋਕਿਆ ਗਿਆ। ਤੇ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਵੀ ਕਰਦਾ ਆ ਜਿਹੜੇ ਲੋਕ ਜਿਹੜੇ ਨੇ, ਕਿਉਂਕਿ ਇੱਕ ਗੱਲ ਕਹਿ ਦਿਆਂ, ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀਗੀ ਉਹ ਹੈ ਡਿਸਟ੍ਰਿਕਟ ਕਮੇਟੀ ਸਾਡੀ, ਉਸਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਔਰ ਜਦੋਂ ਪੰਜਾਬੀ ਦਾ ਇੱਥੇ ਸੰਘਰਸ਼ ਚੱਲਿਆ ਉਹਦੇ ਵਿੱਚ ਵੀ ਡਿਸਟ੍ਰਿਕਟ ਕਮੇਟੀ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਸ ਤੋਂ ਬਾਅਦ ਇਹ ਹੁਣ ਬੱਚਾ ਇੱਕ NIA ਨੇ ਜਿਹੜਾ ਤਸ਼ੱਦਦ ਕੀਤਾ ਆ ਉਹਦੇ ਵਿੱਚ ਵੀ ਕੋਈ ਜ਼ਿੰਮੇਵਾਰੀ ਡਿਸਟ੍ਰਿਕਟ ਕਮੇਟੀ ਨੇ ਨਹੀਂ ਨਿਭਾਈ। ਹੁਣ ਅਸੀਂ ਕਰੀਏ ਤੇ ਕੀ ਕਰੀਏ ਜਦੋਂ ਸਮਾਜ ਦੇ ਜਿਨ੍ਹਾਂ ਲੋਕਾਂ ਨੂੰ ਕੌਮ ਜਿਹੜੀ ਹੈ ਮਤਲਬ ਕਿ ਗਲਤੀਆਂ ਦੇ, ਮੈਂ ਕਹਿੰਦਾ ਗਲਤੀ ਕਰਦੀ ਹੈ ਸਾਡੀ ਕੌਮ ਤੇ, ਜਿਹੜੇ ਅਸੀਂ ਆਗੂ ਚੁਣਨੇ ਹੁੰਦੇ ਨੇ ਨਾ, ਜਾਂ ਡਿਸਟ੍ਰਿਕਟ ਕਮੇਟੀ ਸਾਡੇ ਕੋਲ ਹੋਰ ਤੇ ਕੋਈ ਸਿਸਟਮ ਹੈ ਨਹੀਂ ਹੈ, ਸਾਡੀ ਬਾਡੀ ਹੈ ਡਿਸਟ੍ਰਿਕਟ ਕਮੇਟੀ ਜਾਂ ਸਟੇਟ ਬੋਰਡ ਹੈਗਾ। ਤੇ ਜਦੋਂ ਤੁਸੀਂ ਉਹਨੂੰ ਚੁਣਨਾ, ਤੁਸੀਂ ਭਵਿੱਖ ਦੇਖਣਾ ਆ ਬਈ ਦੇਖੋ ਭਾਵੇਂ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਸਾਰੇ ਸਮਾਜਾਂ ਦਾ, ਪਰ ਆਪਣੇ ਆਪਣੇ ਸਮਾਜ ਦੇ ਵਿੱਚ ਜਦੋਂ ਪਰੇਸ਼ਾਨੀ ਆਏਗੀ ਤਾਂ ਸਮਾਜ ਦੇ ਲੋਕ ਪਹਿਲਾਂ ਖੜਨਗੇ ਤੇ ਬਾਕੀ ਦੂਸਰੇ ਸਮਾਜ ਦੇ ਖੜਨਗੇ। ਤੇ ਜਦੋਂ ਡਿਸਟ੍ਰਿਕਟ ਕਮੇਟੀ ਦਾ ਬੰਦਾ ਕੋਈ ਰਾਤ ਨੂੰ 2 ਵਜੇ ਦਾ ਉੱਥੇ ਪੂਰੀ ਬਰਾਦਰੀ ਬੈਠੀ ਹੈ, ਕੋਈ ਨਹੀਂ ਪੁੱਜਦਾ, ਦੂਸਰੇ ਦਿਨ ਨੈਸ਼ਨਲ ਹਾਈਵੇ ਬੰਦ ਹੁੰਦਾ ਤੇ ਇੱਕ ਮੈਂਬਰ ਨਹੀਂਗਾ ਉੱਥੇ ਪੁੱਜਦਾ, ਕਿ ਦੇਖੋ ਇਹਨਾਂ ਦੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ। ਇਹੋ ਜਿਹੇ ਲੋਕ ਗੁਰੂ ਨਾਨਕ ਦੇ ਘਰ ਦੇ ਆਗੂ ਬਣ ਜਾਣ, ਇਹੋ ਜਿਹੇ ਲੋਕ ਉਹ ਕਹਿਣ ਕਿ ਅਸੀਂ ਨਾ ਕੋ ਬੈਰੀ ਨਾ ਹੀ ਬਿਗਾਣਾ ਸਗਲ ਸੰਗ ਹਮ ਕੋ ਬਣਿਆਈ, ਤੇ ਫਿਰ ਤੁਸੀਂ ਕਹੋਗੇ ਕਿ ਤੁਹਾਡਾ ਸਿੱਖੀ ਦਾ ਪ੍ਰਚਾਰ, ਤੁਹਾਡੀ ਗੁਰੂ ਨਾਨਕ ਸਾਹਿਬ ਦੀ ਇਹ ਨਾ ਕੋ ਬੈਰੀ ਨਾ ਹੀ ਬਿਗਾਣਾ ਵਾਲੀ ਸੋਚ ਤੁਸੀਂ ਦੁਨੀਆ ਨੂੰ ਆਪਣੀ ਗਲਵਕੜੀ ਚ ਲਓਗੇ, ਤੁਸੀਂ ਦੂਸਰੇ ਸਮਾਜਾਂ ਦੇ ਲੋਕਾਂ ਨੂੰ ਪਿਆਰ ਕਰੋਗੇ। ਜਦੋਂ ਤੁਸੀਂ ਆਪਣੇ ਸਮਾਜ ਦੇ ਬੰਦੇ ਨੂੰ, ਜਦੋਂ ਉਹ ਇੱਕ 22 ਸਾਲ ਦਾ ਬੱਚਾ ਨਾਲ ਗ੍ਰਿਫਤਾਰ ਹੁੰਦਾ ਹੈ, ਉਦੋਂ ਮੈਂ ਇੱਕ ਸਿੱਖ ਪ੍ਰਚਾਰਕ ਹਾਂ, ਮੇਰੀ ਸਾਰੀ ਜ਼ਿੰਦਗੀ ਇੱਥੇ ਭਾਈਚਾਰੇ ਤੇ ਮਹਾਰਾਜ ਨੇ ਸੇਵਾ ਵਿੱਚ ਮੇਰੀ ਗੁਜ਼ਾਰੀ ਹੈ, ਤੇ ਮੈਨੂੰ ਇੱਕ ਬਹੁਤ ਜ਼ਿੰਦਗੀ 'ਚ ਯਾਦ ਰਹੂਗਾ। ਸਾਨੂੰ ਤਾਂ ਗੁਰੂ ਨੇ ਇਤਿਹਾਸ ਦਾ ਹਿੱਸਾ ਬਣਾਇਆ। ਅਕਾਲ ਪੁਰਖ ਵਾਹਿਗੁਰੂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰੀਆ ਧੰਨਵਾਦ ਕਰਦਾ ਮੈਂ ਕਿ ਮਾਲਕਾ ਸਾਡੀ ਝੋਲੀ ਦੇ ਵਿੱਚ ਤੂੰ ਇਹ ਦਾਤ ਪਾਈ ਹੈ। ਅਸੀਂ ਉਸ ਯੋਗ ਨਹੀਂ ਆ, ਮੈਂ ਅੱਜ ਵੀ ਕਹਿੰਦਾ ਕਿ ਸੱਚੇ ਪਾਤਸ਼ਾਹ ਅਸੀਂ ਇਸ ਯੋਗ ਨਹੀਂ ਆ, ਪਰ ਤੂੰ ਯੋਗ ਬਣਾ ਦਿੱਤਾ। ਪਤਾ ਨਹੀਂ ਕਿਹੜੇ ਚੰਗੇ ਫਲ ਕਰਮ ਦਾ ਫਲ ਤੂੰ ਦੇ ਕੇ ਸਾਨੂੰ ਕਿ ਇਹ ਸੇਵਾ ਸਾਡੀ ਝੋਲੀ 'ਚ ਪਾਈ ਹੈ। ਭਾਵੇਂ ਤਕਲੀਫ ਹੁੰਦੀ ਹੈ ਜਦੋਂ 5 ਦਿਨ ਤੁਹਾਡਾ ਜਿਹੜਾ ਇਨਵੈਸਟੀਗੇਸ਼ਨ ਹੁੰਦੀ ਹੈ, ਰਾਤੀ 1:30 ਵਜੇ ਤੱਕ ਤੁਹਾਨੂੰ ਸੌਣ ਨਹੀਂ ਦਿੱਤਾ ਜਾਂਦਾ ਆ, ਤੇ ਸਰੀਰ ਸਾਥ ਵੀ ਛੱਡ ਜਾਂਦਾ ਲਾਸਟ ਵਿੱਚ ਜਾ ਕੇ। ਇਦਾਂ ਲੱਗਦਾ ਸੀ ਕਿ ਹੋ ਸਕਦਾ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ, ਲੇਕਿਨ ਫਿਰ ਵੀ ਅਕਾਲ ਪੁਰਖ ਤੇ ਜਾਂ ਆਪਣੇ ਇਤਿਹਾਸ ਤੇ ਇੰਨਾ ਮਾਣ ਸੀਗਾ। ਗੁਰੂ ਸਾਹਿਬ ਦੇ 4 ਸਾਹਿਬਜ਼ਾਦੇ ਦੇ ਸਾਹਮਣੇ ਦਿਖਦੇ ਸੀਗੇ ਕਿ ਰਾਤਾਂ ਨੂੰ ਜਦੋਂ ਨੀਂਦਰ ਨਹੀਂ ਆਉਂਦੀ ਸੀ, ਮੱਛਰ ਕੱਟਦਾ ਸੀ ਤੇ ਬੈਠ ਕੇ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਸਾਂ। ਫਿਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇਲ੍ਹ ਦੇ ਅੰਦਰ ਕੀਰਤਨ ਕਰਨ ਦਾ ਸੁਭਾਗ ਮਿਲ ਜਾਣਾ, ਇਹ ਗੁਰੂ ਦੀ ਕਲਾ ਵਾਪਰੀ ਹੈ ਨਾ। ਮਨਜਿੰਦਰ ਸਿੰਘ ਸਿਰਸਾ ਜਿਹੜੀ ਦਿੱਲੀ ਕਮੇਟੀ ਹੈ, ਉਹਨਾਂ ਨੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਹੀ ਐਸਾ ਮਾਹੌਲ ਤਿਆਰ ਕਰ ਦਿੱਤਾ ਵੀ ਔਖੇ ਸਮੇਂ ਵਿੱਚ ਵੀ ਔਖਾ ਨਹੀਂ ਲੱਗਿਆ। ਬਿਲਕੁਲ, ਜਿੱਦਾਂ ਤੁਸੀਂ ਦਰਸ਼ਕੋ ਸਰਦਾਰ ਮੋਹਿੰਦਰ ਸਿੰਘ ਜਿਹੜੇ ਖਾਲਸਾ ਨੇ, ਉਹਨਾਂ ਨੇ ਇੱਕ ਜਿਹੜੇ ਇਹ ਸਾਨੂੰ ਭੜਕਾਊ ਗੱਲਾਂ ਕੀਤੀਆਂ ਜਾਂਦੀਆਂ ਨੇ ਜਾਂ ਕੋਈ ਵੀ ਸ਼ਰਾਰਤੀ ਅੰਸਰਾਂ ਦੇ ਰਾਹੀਂ ਗੱਲ ਆਖੀ ਜਾਂਦੀ ਹੈ, ਇੱਕ ਬਣਦਾ ਸ਼ੀਸ਼ਾ ਪੇਸ਼ ਕੀਤਾ ਕਿ ਇੱਕ ਕਿਸਾਨੀ ਸੰਘਰਸ਼ ਦੇ ਮੁੱਢ ਤੋਂ ਲੈ ਕੇ ਅਖੀਰ ਤੱਕ ਹੁਣ ਕੀ ਚੱਲ ਰਿਹਾ, ਔਰ ਜਦੋਂ ਗ੍ਰਿਫਤਾਰੀਆਂ ਹੋਈਆਂ, ਗ੍ਰਿਫਤਾਰੀਆਂ ਦੇ ਬਾਅਦ ਮਾਹੌਲ ਕੈਸਾ ਰਿਹਾ, ਕਿਉਂਕਿ ਬਹੁਤ ਜ਼ਿਆਦਾ ਭੜਕਾਇਆ ਵੀ ਜਾ ਰਿਹਾ ਸੀਗਾ ਕਿ ਐਸਾ ਮਾਹੌਲ ਰਿਹਾ ਜਾਂ ਵੈਸਾ। ਅਗਰ ਅਸੀਂ ਕਿਸੇ ਜਿਨ੍ਹਾਂ ਲੋਕਾਂ ਨੇ ਉਹ ਚੀਜ਼ਾਂ, ਜਿਨ੍ਹਾਂ ਨੇ ਯੋਧਿਆਂ ਨੇ, ਆਪਾਂ ਗੱਲ ਕਰੀਏ ਜਿਹੜੇ ਉਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਨੇ, ਅਗਰ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਸ਼ੀਸ਼ਾ ਸਾਨੂੰ ਫੇਰ ਹੀ ਸਾਫ਼ ਹੁੰਦਾ ਕਿ ਅਸੀਂ ਕੀ ਆ ਔਰ ਕਿੱਥੇ ਖੜੇ ਹੋਏ ਆ। ਔਰ ਪਹਿਲੀ ਮੇਰੀ ਇਹ ਵੀ ਗੱਲ, ਮੇਰੀ ਅਖੀਰ ਦੀ ਮੈਂ ਤੁਹਾਨੂੰ ਇਹੀ ਪੁੱਛਾਂਗੀ ਕਿ ਗ੍ਰਿਫਤਾਰੀਆਂ ਦੇ ਬਾਅਦ 26 ਜਨਵਰੀ ਦੇ ਜਿਹੜੀ ਟਰੈਕਟਰ ਪਰੇਡ ਦੇ ਬਾਅਦ ਕਿ ਕਿਤੇ ਨਾ ਕਿਤੇ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿਸਾਨੀ ਸੰਘਰਸ਼ ਆ ਜਿਹੜਾ ਹੁਣ ਥੋੜਾ ਸ਼ਾਂਤ ਹੁੰਦਾ ਜਾਂਦਾ, ਵੀ ਇਹਨੂੰ ਢਾਹ ਲੱਗੀ ਆ, ਕਿਤੇ ਨਾ ਕਿਤੇ ਥੋੜੀ ਜਿਹੀ ਢਾਹ ਲੱਗੀ ਆ। ਕੀ ਉਹ ਤੁਹਾਨੂੰ ਕੀ ਲੱਗਦਾ ਕਿ ਉਤਸ਼ਾਹ ਵਧਿਆ ਕਿਸਾਨਾਂ ਦਾ ਜਾਂ ਕੀ ਮੌਜੂਦਾ ਹਾਲਾਤ ਨੇ? ਇੱਕ ਗੱਲ ਤਾਂ ਮੈਂ ਕਹਿਣਾ ਚਾਹਾਂਗਾ, ਅਸਲ 'ਚ ਢਾਹ ਲਾਉਣ ਦੀ ਤੇ ਇੱਕ ਸਾਜ਼ਿਸ਼ ਸੀਗੀ, ਬੜੀ ਵੱਡੀ ਸਾਜ਼ਿਸ਼ ਸੀਗੀ। ਪਰ ਕਹਿੰਦੇ ਰਹਿੰਦੇ ਨੇ ਸੱਚ ਜਿਹੜਾ ਨਾ ਉਹਨੂੰ ਥੋੜੇ ਸਮੇਂ ਵਿੱਚ ਦਬਾਇਆ ਜਾ ਸਕਦਾ, ਪਰ ਸੱਚ ਕਦੇ ਪੂਰਨ ਤੌਰ ਤੇ ਅੱਜ ਤੱਕ ਦਬਿਆ ਹੀ ਨਹੀਂਗਾ। ਇਤਿਹਾਸ ਹੈ, ਸੱਚ ਦੁਨੀਆ ਦੇ ਸਾਹਮਣੇ ਆਪਣੇ ਆਪ ਆ ਜਾਂਦਾ। ਅਸਲ ਵਿੱਚ ਜਿਹੜਾ ਲਾਲ ਕਿਲੇ ਤੇ ਘਟਨਾ ਵਾਪਰੀ, ਮੈਂ ਇੱਕ ਗੱਲ ਦੀ ਨਿਖੇਧੀ ਕਰਨਾ ਚਾਹਾਂਗਾ ਕਿ ਚਾਹੇ ਉਹ ਸਾਡੇ ਵੀ ਆਪਣੇ ਵੀਰ ਹੋ ਸਕਦੇ ਨੇ, ਸਾਡੇ ਸਮਾਜ ਤੋਂ, ਚਾਹੇ ਦੂਸਰੇ ਸਮਾਜਾਂ ਦੇ, ਕਿਉਂਕਿ ਰਲਵੇਂ ਹੀ ਬੰਦੇ ਸਨ ਉੱਥੇ ਸਾਰੇ, ਲੇਕਿਨ ਜਿਹੜਾ ਉੱਥੇ ਕਿਉਂਕਿ ਕਿਸਾਨਾਂ ਵੱਲੋਂ ਇਹ ਗੱਲ ਕਹੀ ਸੀ ਵੀ ਅਸੀਂ ਸ਼ਾਂਤੀਪੂਰਵਕ ਜਿਹੜਾ ਆ ਉਸ ਨੂੰ ਨਿਭਾਉਣਾ ਵਾ, ਲੇਕਿਨ ਸ਼ੁਰੂਆਤ ਪੁਲਿਸ ਵੱਲੋਂ ਹੋਈ ਹੈ। ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਦੋਂ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਉੱਪਰ ਜਾਣ ਦਿੱਤਾ,
ਜੇ ਜਦੋਂ ਉਹ ਉੱਪਰ ਜਾ ਕੇ ਝੰਡਾ ਚੜਾਉਣ ਲੱਗੇ ਤਾਂ ਫਿਰ ਉਹਨਾਂ ਨੇ ਜਿਹੜਾ ਆ ਵੀ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਤੁਸੀਂ ਜਿੰਨੀਆਂ ਵੀ ਵੀਡੀਓ ਦੇਖੋਗੇ ਸ਼ੁਰੂਆਤ ਪੁਲਿਸ ਵੱਲੋਂ ਹੋਈ ਹੈ, ਪਰ ਉਸ ਤੋਂ ਬਾਅਦ ਰਿਐਕਸ਼ਨ ਜਿਹੜਾ ਲੋਕਾਂ ਨੇ ਕਰ ਦਿੱਤਾ ਹੈ ਅਸੀਂ ਉਹਦੀ ਵੀ ਨਿਖੇਧੀ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਜਦੋਂ ਅਸੀਂ ਸ਼ਾਂਤਮਈ ਹਾਂ ਸਾਨੂੰ ਗੋਲੀਆਂ ਵੀ ਮਾਰ ਦਿੰਦੇ, ਸਾਡੇ 10 20 50 ਬੰਦੇ ਮਰ ਵੀ ਜਾਂਦੇ ਨਾ, ਪਰ ਇਹ ਇਤਿਹਾਸ ਵੱਖਰਾ ਬਣਨਾ ਸੀਗਾ। ਲੇਕਿਨ ਜਦੋਂ ਅਸੀਂ ਉਹਨਾਂ ਤੇ ਹੱਥ ਉਠਾਤਾ ਇਹ ਕਾਨੂੰਨ ਸਾਨੂੰ ਇਜਾਜ਼ਤ ਨਹੀਂ ਦਿੰਦਾ। ਮੈਨੂੰ ਇਹ ਲੱਗਦਾ ਵਾ ਸੱਚ ਨੂੰ ਸੱਚ ਕਹਿਣਾ ਚਾਹੀਦਾ। ਇਹ ਅਸੀਂ ਜਦੋਂ ਉੱਥੇ ਅੰਦਰ ਵੀ ਸੀ ਸਾਡੀ ਗੱਲ, ਅਸੀਂ ਇਹ ਗੱਲ ਨੂੰ ਮੰਨਿਆ ਵਾ। ਅਸੀਂ ਆਗੂ ਹੋਣ ਦੇ ਨਾਤੇ, ਸੇਵਾਦਾਰ ਹੋਣ ਦੇ ਨਾਤੇ ਇਸ ਗੱਲ ਨੂੰ ਮੰਨਦੇ ਹਾਂ ਕਿ ਸਾਡੇ ਜੇ ਬੱਚਿਆਂ ਵੱਲੋਂ ਜਾਂ ਸਾਡੇ ਭਰਾਵਾਂ ਵੱਲੋਂ ਸਾਰੇ ਸਮਾਜਾਂ ਦੇ ਲੋਕ ਸਨ ਤੇ ਉਹਨਾਂ ਨੂੰ ਗੁੱਸੇ ਵਿੱਚ ਕਿਤੇ ਆਗੂ ਪੁਲਿਸ ਤੇ ਹੱਥ ਉਠਾਇਆ ਵਾ ਤੇ ਅਸੀਂ ਉਸ ਨੂੰ ਠੀਕ ਨਹੀਂ ਸਮਝਦੇ। ਹੈ ਗੱਲ ਤੇ ਚਾਹੇ ਪੁਲਿਸ ਸ਼ੁਰੂਆਤ ਕਰੇ ਤੇ ਉਸ ਤੋਂ ਬਾਅਦ ਰਿਐਕਸ਼ਨ ਵਿੱਚ ਆਮ ਲੋਕ ਕਰਨ। ਜੇ ਪੁਲਿਸ ਦੇ ਜੇ ਡੰਡੇ ਮਾਰ ਵੀ ਰਹੀ ਹੈ ਤਾਂ ਸਾਨੂੰ ਬਰਦਾਸ਼ਤ ਕਰਨੇ ਚਾਹੀਦੇ ਸਨ ਉਸ ਟਾਈਮ। ਤਾਂ ਫਿਰ ਵੀ ਪਰ ਇੱਥੇ ਇੱਕ ਸਾਜ਼ਿਸ਼ ਹੋਰ ਲੱਗਦੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੰਟਰਵਿਊ 'ਚ ਗੱਲ ਦੱਸੀ ਹੈ ਕਿ ਵੀ ਜਦੋਂ ਅਸੀਂ ਸਰੂਪ ਨਗਰ ਜਿਹੜਾ ਆ ਬੈਰੀਗੇਡ ਸੀਗਾ ਉੱਥੋਂ ਨਿਕਲ ਰਹੇ ਸੀ, ਉਹ ਗੌਰਮੈਂਟ ਦਾ ਤੈਅਸ਼ੁਦਾ ਰੂਟ ਸੀਗਾ। ਅਸੀਂ ਉੱਥੇ ਜਿਹੜੇ SSP ਰੈਂਕ ਦੇ ਬੰਦੇ ਸਨ, ਜਾਂ ਮੈਨੂੰ ਚੰਗੀ ਤਰ੍ਹਾਂ ਕਿਉਂਕਿ ਦੂਰੋਂ ਮੇਰੀ ਗੱਲ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਪੁਲਿਸ ਫੋਰਸ ਸੀਗੀ ਰਾਈਟ ਸਾਈਡ ਤੇ ਅਸੀਂ ਸਿੱਧੇ ਜਾ ਰਹੇ ਸੀ। ਮੈਂ ਉਹਨਾਂ ਨੂੰ ਪੁੱਛਿਆ ਸਰ ਵੀ ਅਸੀਂ ਕਿੱਥੋਂ ਵਾਪਸ ਆਉਣਾ ਵਾ? ਵੀ ਇੱਕ ਲੈਫਟ ਸਾਈਡ ਨੂੰ ਰਸਤਾ ਜਾ ਰਿਹਾ ਜਿਹੜਾ ਲਾਲ ਕਿਲ੍ਹੇ ਨੂੰ ਜਾ ਰਿਹਾ ਸੀ ਤੇ ਦੂਸਰਾ ਰਸਤਾ ਜਿਹੜਾ ਅੱਗੋਂ ਜਾ ਕੇ ਦੂਰੋਂ ਮੁੜਨਾ ਸੀ, ਪਰ ਸਾਨੂੰ ਕਲੀਅਰ ਨਹੀਂ ਸੀ ਉਸ ਟਾਈਮ। ਅਸੀਂ ਜੰਮੂ ਤੋਂ ਗਏ ਸੀਗੇ, ਸਾਨੂੰ ਰੂਟ ਦਾ ਪੂਰਾ ਪਤਾ ਵੀ ਨਹੀਂ ਸੀ। ਲੋਕ ਸਾਰੇ ਉਸ ਤਰਫ ਜਾ ਰਹੇ ਸੀਗੇ ਜੇ ਬਹੁਤ ਗਿਣਤੀ 'ਚ, ਔਰ ਰੂਟ ਜਿਹੜਾ ਖੁੱਲਿਆ ਹੋਇਆ ਸੀਗਾ ਲਾਲ ਕਿਲ੍ਹੇ ਵਾਲਾ। ਮੈਂ ਉਹਨਾਂ ਨੂੰ ਪੁੱਛਿਆ, कहता ये तो आपने देखना है, आपने किस तरफ जाना है, ये आपका काम है। मतलब कि ਲੋਕਾਂ ਦਾ ਕੰਮ ਹੁੰਦਾ। ਲੋਕ ਤੇ ਫਿਰ ਕੱਲ ਹੋਰ ਕੋਈ ਵੱਡੀ ਗਲਤੀ ਕਰਨਗੇ, ਤੁਸੀਂ ਉਹਨਾਂ ਨੂੰ ਕਹਿੰਦੇ ਵੀ ਠੀਕ ਹੈ ਤੁਹਾਡਾ ਕੰਮ ਹੈ। ਤੇ ਉੱਥੋਂ ਮੈਨੂੰ ਇਹ ਲੱਗ ਰਿਹਾ ਸੀ ਵੀ ਕੋਈ ਸਾਜ਼ਿਸ਼ ਸੀਗੀ ਕਿ ਜਾਣ ਬੁੱਝ ਕੇ ਲੋਕਾਂ ਨੂੰ ਉਸ ਪਾਸੇ ਜਾਣ ਦਿੱਤਾ। ਮੈਂ ਦੁਨੀਆ ਦੇ ਵੀ ਕੋਨੇ 'ਚ ਬੈਠੇ ਲੋਕਾਂ ਨੇ ਗੱਲ ਕਹਿਣਾ ਚਾਹੁੰਦਾ ਕਿ ਕਿਸਾਨ ਬਿਲਕੁਲ ਨਹੀਂ ਸੀ ਚਾਹੁੰਦੇ ਵੀ ਅਸੀਂ ਲਾਲ ਕਿਲੇ ਵਾਲੇ ਪਾਸੇ ਜਾਈਏ। ਹਾਂ, ਰਿੰਗ ਰੋਡ ਦੇ ਅੰਦਰ ਜਾਣਾ ਚਾਹੁੰਦੇ ਸੀਗੇ, ਉਹ ਸਰਕਾਰ ਨੇ ਰਾਤ ਨੂੰ 12 ਵਜੇ ਤੱਕ ਕਲੀਅਰ ਨਹੀਂ ਕੀਤਾ ਤੇ ਨੌਜਵਾਨ ਪਰੇਸ਼ਾਨ ਸੀਗੇ। ਤੇ ਫਿਰ ਉਸ ਵਕਤ ਉਹਨਾਂ ਨੇ ਕਿਹਾ ਵੀ ਅਸੀਂ ਅੰਦਰ ਜਾਣਾ ਵਾ, ਰਿੰਗ ਪਰੇਡ ਕਰਨੀ ਜਿਹੜੀ ਅੰਦਰ ਦੀ ਰਿੰਗ ਰੋਡ ਜਿਹੜਾ ਉਸ ਪਾਸੇ ਕਰਨੀ ਹੈ। ਤਾਂ ਉਸ ਵਕਤ ਕੁਝ ਜਜ਼ਬਾਤ ਵਿੱਚ ਜਿਹੜਾ ਉਹ ਰਸਤਾ ਖੁੱਲ੍ਹਾ ਸੀਗਾ ਤੇ ਉਹਨਾਂ ਨੇ ਸੋਚਿਆ ਵੀ ਚਲੋ ਆਪਾਂ ਲਾਲ ਕਿਲੇ ਵਾਲੇ ਪਾਸੇ, ਉਹ ਕਿਉਂਕਿ ਸਰਕਾਰ ਵੱਲੋਂ ਖੁੱਲ੍ਹ ਦਿੱਤੀ ਗਈ ਸੀ, ਲੋਕ ਉਸ ਪਾਸੇ ਤੁਰ ਪਏ, ਇੱਕ ਨੂੰ ਦੇਖੇ ਦੂਸਰਾ, ਤੇ ਉੱਥੇ ਲੋਕ ਪੁੱਜ ਗਏ ਤੇ ਘਟਨਾ ਵਾਪਰੀ ਹੈ। ਉਹ ਘਟਨਾ ਮਾੜੀ ਸੀਗੀ, ਉਸ ਨਾਲ ਨੁਕਸਾਨ ਹੋਇਆ ਵਾ ਕਿਸਾਨੀ ਸੰਘਰਸ਼ ਨੂੰ, ਪਰ ਕਹਿੰਦੇ ਨੇ ਸੱਚ ਫਿਰ ਉੱਠ ਖੜਾਉਂਦਾ। ਜਦੋਂ ਟਕੈਤ ਸਾਹਿਬ ਤੇ ਇੱਕ ਗੱਲ ਹੋਰ ਸੀਗਾ, ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਵੀ ਕਿਉਂਕਿ ਸਿੰਘੂ ਬਾਰਡਰ ਤੇ ਜ਼ਿਆਦਾ ਪੰਜਾਬ ਦੇ ਹੀ ਵੀਰ ਨੇ, ਤੇ ਮੈਨੂੰ ਲੱਗਦਾ ਕੁਝ ਲੋਕਾਂ ਨੂੰ ਉਹ ਬਰਦਾਸ਼ਤ ਨਹੀਂ ਸੀਗਾ ਉਹ ਸਰੂਪ ਜਿਹੜਾ। ਲੇਕਿਨ ਜਦੋਂ ਟਕੈਤ ਸਾਹਿਬ ਸਾਹਮਣੇ ਆਏ ਤੇ ਇੱਕ ਗੁਲਦਸਤਾ ਹੋਰ ਪੇਸ਼ ਹੋ ਗਿਆ ਭਈ ਨਹੀਂ, ਇਹ ਸੰਘਰਸ਼ ਜਿਹੜਾ ਆ ਪੰਜਾਬ ਹਰਿਆਣਾ ਦਾ ਯੂਪੀ ਸਭ ਸਾਂਝਾ ਹੈਗਾ। ਤੇ ਟਕੈਤ ਸਾਹਿਬ ਨੇ ਦੁਬਾਰਾ ਉਸ ਨੂੰ ਖੜਾ ਕਰ ਦਿੱਤਾ ਜਾਣ ਦੇ। ਇੱਥੇ ਗੱਲ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਇੱਕ ਵਿਸ਼ੇਸ਼ ਧਰਮ, ਇੱਕ ਵਿਸ਼ੇਸ਼ ਖਿੱਤੇ ਤੇ ਇੱਕ ਵਿਸ਼ੇਸ਼ ਵਿਅਕਤੀ ਦੇ ਨਾਲ ਜੋੜਿਆ ਜਾਵੇ। ਲੇਕਿਨ ਜਿੱਦਾਂ ਤੁਸੀਂ ਗੱਲ ਕੀਤੀ ਕਿ ਟਕੈਤ ਸਾਹਿਬ ਦੇ ਜਿਹੜੇ ਹੰਝੂ ਸੀ ਉਹਨਾਂ ਨੇ ਸਾਰਾ ਕੁਝ ਜਿਹੜਾ ਬਦਲ ਕੇ ਰੱਖ ਦਿੱਤਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ, ਕਿਉਂਕਿ ਜ਼ਰੂਰੀ ਬਣ ਜਾਂਦਾ ਇਹਨਾਂ ਗੱਲਾਂ ਤੋਂ, ਇਹਨਾਂ ਜਿਹੜੇ ਹੋਣ ਵਾਲੀਆਂ ਘਟ ਰਹੀਆਂ ਘਟਨਾਵਾਂ ਨੇ, ਇਹਨਾਂ ਤੋਂ ਜਾਣੂ ਹੋਣਾ ਜਿਹੜਾ ਸਾਡੇ ਸਿੱਖ ਸਮਾਜ ਦੇ ਲਈ, ਪੂਰੇ ਸਮਾਜ ਦੇ ਲਈ, ਪੂਰੇ ਦੇਸ਼ ਦੇ ਲਈ ਜ਼ਰੂਰੀ ਹੋ ਜਾਂਦਾ। ਕਿ ਇਹਦੇ ਵਿੱਚ ਇੱਕ ਤੇ ਤੁਹਾਡਾ ਜਿਹੜਾ ਇੱਕ ਬਾਣੀ ਚੈਨਲ ਹੈ, ਮੈਂ ਸਾਰੇ ਲੋਕਾਂ ਨੂੰ ਕਹਾਂਗਾ ਵੀ ਆਪਣੇ ਘਰ ਦੇ ਵਿੱਚ ਇਹ ਚੈਨਲ ਜ਼ਰੂਰ ਲਵਾਓ, ਕਿਉਂਕਿ ਇੱਕ ਬਾਣੀ ਚੈਨਲ ਦੇ ਰਾਹੀਂ ਮੈਂ ਕੀਰਤਨ ਵੀ ਕਰਦਾ। ਮੇਰਾ ਕੀਰਤਨ ਵੀ ਤੁਸੀਂ ਜਿੰਨਾ ਗੁਰੂ ਨੇ ਦਾਤ ਦਿੱਤੀ ਹੈ ਉਹ ਵੀ ਸੁਣਨ ਨੂੰ ਮਿਲਦਾ ਤੁਹਾਨੂੰ, ਤੇ ਨਾਲ ਹੀ ਸਾਰੇ ਜਿਹੜੇ ਇੱਥੋਂ ਦੇ ਜੰਮੂ ਕਸ਼ਮੀਰ ਦੇ ਜਿਹੜੇ ਕੀਰਤਨੀਏ ਨੇ ਉਹ ਸਾਰੇ ਵੀਰ ਕੀਰਤਨ ਕਰਦੇ ਨੇ। ਆਪਣੇ ਕੀਰਤਨੀਆਂ ਨੂੰ ਸੁਣਨਾ ਚਾਹੀਦਾ ਜਿਹੜੇ ਸਵੇਰੇ ਸ਼ਾਮ ਸਾਨੂੰ ਆਸਾ ਦੀ ਵਾਰ ਅਤੇ ਸੋਦਰ ਦਾ ਪਾਠ ਸਾਨੂੰ ਸੁਣਾਉਂਦੇ ਨੇ। ਉਹਨਾਂ ਦੀ ਰਸਨਾ ਤੋਂ ਕੀਰਤਨ ਸੁਣੋ। ਨਾਲ ਹੀ ਜੇਕੇ ਚੈਨਲ ਦੇ ਜਿਹੜੇ ਵੀਰ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਤੁਹਾਡੇ ਜਿਹੜੇ ਤੁਸੀਂ ਸਟਾਫ ਦੇ ਹੈਗੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸਾਡੇ ਨਾਲ ਸਰਦਾਰ ਮੋਹਿੰਦਰ ਸਿੰਘ ਖਾਲਸਾ, ਜਿਨ੍ਹਾਂ ਨੇ ਸਾਨੂੰ ਕਿਸਾਨੀ ਸੰਘਰਸ਼ ਦੇ ਸ਼ੁਰੂ ਤੋਂ ਲੈ ਕੇ, ਸ਼ੁਰੂਆਤ ਤੋਂ ਲੈ ਕੇ ਉਹਨਾਂ ਦੀ ਕਿਸਾਨੀ ਸੰਘਰਸ਼ ਦੇ ਨਾਲ ਉਹ ਕਿਵੇਂ ਜੁੜੇ ਤੇ ਹੁਣ ਤੱਕ ਦਾ ਸਾਰਾ ਸਫ਼ਰ ਆ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਜੁੜੇ ਰਹੋ ਇੱਕ ਬਾਣੀ ਚੈਨਲ ਦੇ ਨਾਲ, ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।